ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਲੰਧਰ ਡਿਸਟ੍ਰਿਕਟ ਦੀ ਕੋਵਿਡ-19 ਨੂੰ ਲੈ ਕੇ ਜਿਹੜੀ ਇਸ ਸਮੇਂ ਦੀ ਸਥਿਤੀ ਹੈ ਤੇ ਉਹ ਹੁਣ ਤੱਕ ਜਿਹੜੇ ਟੋਟਲ ਪੋਜ਼ਿਟਿਵ ਪੇਸ਼ੈਂਟ ਨੇ ਉਹ 1676 ਨੇ, ਜਿਸ ਦੇ ਵਿੱਚੋਂ 55% ਪੇਸ਼ੈਂਟ ਡਿਸਚਾਰਜ ਹੋ ਗਏ ਨੇ ਤੇ ਬਾਕੀ ਪੇਸ਼ੈਂਟ ਐਕਟਿਵ ਕੇਸਿਸ ਨੇ। ਤੇ ਹੁਣ ਤੱਕ ਜਿਹੜੀ ਡੈਥਸ ਨੇ ਉਹ 33 ਡੈਥਸ ਹੋਈਆਂ ਨੇ ਜਲੰਧਰ ਡਿਸਟ੍ਰਿਕਟ ਦੇ ਵਿੱਚ। ਤੇ ਜਿੱਦਾਂ ਕਿ ਮੈਂ ਆਪ ਜੀ ਸਾਰਿਆਂ ਨਾਲ ਪਹਿਲਾਂ ਵੀ ਸਾਂਝਾ ਕਰ ਚੁੱਕਿਆ ਕਿ ਸਾਡਾ ਪ੍ਰਾਇਮਰੀ ਫੋਕਸ ਹੈ ਮੌਤ ਨੂੰ ਬਚਾਉਣਾ। ਤੇ ਹਾਲਾਂਕਿ ਜਿਹੜਾ ਜਲੰਧਰ ਦੀ ਐਸ ਸੱਚ ਆਪਾਂ ਪੋਜ਼ਿਟਿਵ ਕੇਸਿਸ ਦੇਖਦੇ ਨੇ ਤੇ ਉਹ ਦੂਜੇ ਨੰਬਰ ਤੇ ਲੁਧਿਆਣੇ ਤੋਂ ਬਾਅਦ ਸਭ ਤੋਂ ਜ਼ਿਆਦਾ ਪੋਜ਼ਿਟਿਵ ਕੇਸਿਸ ਨੇ, ਪਰ ਜਦੋਂ ਅਸੀਂ ਉਹਦੀ ਡੈਥ ਰੇਟਸ ਨੂੰ ਐਨਾਲਾਈਜ਼ ਕਰਦੇ ਤੇ ਅੱਜ ਵੀ ਮੈਂ ਦੇਖ ਰਿਹਾ ਸਾਡੀ ਜਿਹੜੀ ਕੇਸ ਫੈਟੈਲਿਟੀ ਰੇਟ ਜਾਂ ਡੈਥ ਰੇਟ ਹੈ ਉਹ 2% ਤੋਂ ਘੱਟ ਹੈ, 1.97% ਹੈ। ਤੇ CFR ਦੇ ਵਿੱਚ ਸਾਡਾ ਨੰਬਰ 13ਵੇਂ ਨੰਬਰ ਤੇ ਹੈ ਤੇ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਵੀ ਡੈਥ ਰੇਟ ਨੂੰ ਘਟਾ ਕੇ CFR ਨੂੰ ਹੋਰ ਘਟਾਇਆ ਜਾਵੇ। ਸੋ ਪ੍ਰਾਇਮਰੀ ਫੋਕਸ ਸਾਡਾ ਆਹੀ ਹੈ ਵੀ ਅਸੀਂ ਡੈਥ ਰੇਟ ਤੇ ਕੰਟਰੋਲ ਕਰੀਏ, ਜਿਹਦੇ ਵਿੱਚ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਵੀ ਆਪਾਂ ਓਲਡ ਏਜ ਤੇ ਕੋਮੋਰਬਿਡ ਪੇਸ਼ੈਂਟ ਖਾਸ ਕਰ ਡਾਇਬਟੀਜ਼ ਜਾਂ ਸ਼ੂਗਰ ਦੀ ਜਿਨ੍ਹਾਂ ਨੂੰ ਸ਼ਿਕਾਇਤ ਹੈ ਉਹਨਾਂ ਦਾ ਖਾਸ ਕਰ ਧਿਆਨ ਰੱਖੀਏ ਤੇ ਉਹਨਾਂ ਨੂੰ ਪ੍ਰਾਇਰਟੀ ਤੇ ਥੋੜਾ ਜਿਹਾ ਵੀ ਸਿੰਪਟਮ ਹੁੰਦਾ ਤਾਂ ਆਪਾਂ ਚੈੱਕ ਕਰਾਈਏ, ਜਿਸ ਦੇ ਕਰਕੇ ਆਪਾਂ ਅਰਲੀ ਡਿਟੈਕਸ਼ਨ ਤੇ ਇਲਾਜ ਵੱਲ ਤੁਰ ਸਕਦੇ ਹਾਂ। ਪਿੱਛੇ ਅਸੀਂ ਜਿਹੜੀ ਸਾਡੀ ਸਿਵਲ ਹਸਪੀਟਲ ਹੈ ਉਹਨੂੰ ਡੈਡੀਕੇਟਿਡ ਕੋਵਿਡ ਹਸਪੀਟਲ ਹੀ ਡਿਕਲੇਅਰ ਕਰਵਾ ਲਿਆ। ਅਸੀਂ ਉਹਦੇ ਵਿੱਚ ਪਾਈਪਡ ਆਕਸੀਜਨ ਸਪਲਾਈ ਦਾ ਕੰਮ ਚੱਲ ਰਿਹਾ ਹੈ। ਉਹਦੇ ਵਿੱਚ ਟੋਟਲ ਸਿਵਲ ਹਸਪੀਟਲ ਦੇ 340 ਬੈੱਡ ਨੇ, ਉਹ ਹਫ਼ਤੇ 10 ਦਿਨ ਦੇ ਅੰਦਰ ਅੰਦਰ ਸਾਰੇ 340 ਦੇ 340 ਬੈੱਡ ਪਾਈਪਡ ਆਕਸੀਜਨ ਸਪਲਾਈ ਦੇ ਨਾਲ ਮੁਕੰਮਲ ਕਰ ਲਿੱਤਾ ਜਾਊਗਾ। ਉਸ ਤੋਂ ਇਲਾਵਾ ਸਾਡੇ ਕੋਲ 3 ਅਰਬਨ CHCs ਨੇ, ਉੱਥੇ ਵੀ ਪਾਈਪਡ ਆਕਸੀਜਨ ਸਪਲਾਈ ਦਾ ਕੰਮ ਚੱਲ ਰਿਹਾ ਹੈ। ਜਿਹੜੀ ਅਰਬਨ CHC ਬਸਤੀ ਗੂਜਾਂ ਦੇ ਵਿੱਚ ਪਾਈਪਡ ਆਕਸੀਜਨ ਸਪਲਾਈ ਦਾ ਕੰਮ ਮੁਕੰਮਲ ਹੋ ਗਿਆ ਤੇ ਦਾਦਾ ਕਲੋਨੀ ਦੇ ਵਿੱਚ ਵੀ ਪਾਈਪਡ ਆਕਸੀਜਨ ਸਪਲਾਈ ਦਾ ਕੰਮ 1-2 ਦਿਨਾਂ 'ਚ ਮੁਕੰਮਲ ਹੋ ਜਾਊਗਾ। ਤਾਂ ਅਸੀਂ ਜਿਹੜੀ CHC ਦੇ ਵੀ ਤਿਆਰ ਕਰ ਰਹੇ ਹਾਂ ਵੀ ਕੱਲ੍ਹ ਨੂੰ ਸਾਡੇ ਕੋਲ ਇਸ ਟਾਈਪ ਦੀ ਪਾਈਪਡ ਆਕਸੀਜਨ ਸਪਲਾਈ ਦੇ ਸਫੀਸ਼ੀਐਂਟ ਬੈੱਡ ਸਰਕਾਰੀ ਫੈਸਿਲਿਟੀਜ਼ ਦੇ ਵਿੱਚ ਅਵੇਲੇਬਲ ਹੋਣ। ਸਭ ਤੋਂ ਜਿਹੜੀ ਮੈਂ ਇੰਪੋਰਟੈਂਟ ਗੱਲ ਅੱਜ ਆਪ ਜੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਹੈ ਵੀ ਪਿੱਛੇ ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪੀਟਲਸ ਦੇ ਸਾਰੇ ਰੇਟ ਅਨਾਉਂਸ ਕਰਤੇ ਸੀਗੇ ਵੀ ਕਿੰਨੇ ਮੈਕਸਿਮਮ ਵੱਧ ਤੋਂ ਵੱਧ ਰੇਟ ਨੇ ਜਿਹੜੇ ਕਿ ਪ੍ਰਾਈਵੇਟ ਹਸਪੀਟਲ ਜਿਹੜੇ ਕੋਵਿਡ ਪੇਸ਼ੈਂਟ ਨੂੰ ਡੀਲ ਕਰਨਗੇ ਉਹ ਚਾਰਜ ਕਰ ਸਕਦੇ ਨੇ। ਤੇ ਉਹਦੇ ਵਿੱਚ ਜਿਹੜੀ 4 ਕੈਟੇਗਰੀ ਉਹਨਾਂ ਨੇ ਬਣਾਈ ਹੈ, ਇੱਕ ਮਾਈਲਡ ਪੇਸ਼ੈਂਟਸ ਦੀ, ਇੱਕ ਮੋਡਰੇਟ ਪੇਸ਼ੈਂਟਸ ਦੀ, ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਮਾਈਲਡ, ਮੋਡਰੇਟ ਸਿਕਨੈਸ, ਸੀਵੀਅਰ ਸਿਕਨੈਸ ਜਿਹਦੇ ਵਿੱਚ ਤੁਹਾਨੂੰ ICU ਬੈੱਡ ਦੀ ਲੋੜ ਹੈ ਵਿਦ ਵੈਂਟੀਲੇਟਰ ਤੇ ਵਿਦਆਊਟ ਵੈਂਟੀਲੇਟਰ। ਤੇ ਉਹਦੇ ਵਿੱਚ ਜਿਹੜੇ 3 ਕੈਟੇਗਰੀਜ਼ ਆਫ ਹਸਪੀਟਲ ਇਹਨਾਂ ਨੇ ਬਣਾਏ ਨੇ, ਜਿਹਦੇ ਵਿੱਚ ਜਿਹੜੇ ਕਿ NABH ਤੋਂ ਮਾਨਤਾ ਪ੍ਰਾਪਤ ਨਹੀਂ ਹੈ ਤੇ ਇੱਕ NABH ਤੋਂ ਜਿਹੜੇ ਮਾਨਤਾ ਪ੍ਰਾਪਤ ਹਸਪੀਟਲ ਨੇ ਤੇ ਬਾਕੀ ਜਿਹੜੇ ਪ੍ਰਾਈਵੇਟ ਮੈਡੀਕਲ ਕਾਲਜਸ ਤੇ ਉਹ ਹਸਪੀਟਲ ਨੇ। ਸੋ ਉਹ ਜਿਹੜੇ ਰੇਟ ਹੈ ਮਾਈਲਡ ਕੇਸਿਸ ਦੇ ਵਿੱਚ, ਹਾਲਾਂਕਿ ਮਾਈਲਡ ਕੇਸਿਸ ਦੇ ਵਿੱਚ ਪੇਸ਼ੈਂਟ ਦੇ ਕੋਲ ਜੇਕਰ ਫੈਸਿਲਿਟੀਜ਼ ਹੈ, ਕੋਈ ਕੋਮੋਰਬਿਡਿਟੀ ਨਹੀਂ ਹੈ, ਤੁਸੀਂ ਹੋਮ ਆਈਸੋਲੇਸ਼ਨ 'ਚ ਵੀ ਰਹਿ ਸਕਦੇ ਹੋ ਜਾਂ ਗਵਰਨਮੈਂਟ ਦੀ ਫੈਸਿਲਿਟੀ ਵੀ ਜਾ ਸਕਦੇ ਹੋ, ਪਰ ਕੁਝ ਪੇਸ਼ੈਂਟ ਨਹੀਂ ਪ੍ਰੈਫਰ ਕਰਦੇ ਗਵਰਨਮੈਂਟ ਦੇ ਵਿੱਚ ਜਾਂ ਹੋਮ ਆਈਸੋਲੇਸ਼ਨ ਦੇ ਵਿੱਚ, ਤੇ ਉਹ ਵੀ ਹਸਪੀਟਲਸ ਦੇ ਵਿੱਚ ਜਾ ਸਕਦੇ ਨੇ। ਤੇ ਉਹਨਾਂ ਦੇ ਲਈ ਜਿਹੜਾ ਰੇਟ ਹੈ ਉਹ 4500 ਜਿਹੜਾ ਰੇਟ ਹੈ ਨੌਨ NABH ਦਾ, 5500 NABH ਐਕ੍ਰੈਡਿਟਡ ਤੇ 6500 ਜਿਹੜਾ ਹੈਗਾ ਪ੍ਰਾਈਵੇਟ ਮੈਡੀਕਲ ਕਾਲਜਸ ਦਾ ਜਿਹੜਾ ਰੇਟ ਰੱਖਿਆ। ਉੱਦਾਂ ਹੀ ਵੱਖ-ਵੱਖ ਕੈਟੇਗਰੀ ਦਾ ਰੇਟਸ ਹਨ, ਜਿਹੜੇ ਕਿ ਰੇਟ ਜੇਕਰ ICU ਦੇ ਵਿੱਚ ਵਿਦ ਵੈਂਟੀਲੇਟਰ ਤੁਸੀਂ ਐਡਮਿਟਡ ਹੋ ਤਾਂ ਵੱਧ ਤੋਂ ਵੱਧ ਜਿਹੜਾ ਰੇਟ ਪ੍ਰਾਈਵੇਟ ਮੈਡੀਕਲ ਕਾਲਜ ਦੇ ਵਿੱਚ 18000 ਫਿਕਸ ਕੀਤਾ ਗਿਆ। ਤੇ ਇਹਦੇ ਵਿੱਚ ਜਿਹੜੀ ਨੋਟ ਕਰਨ ਵਾਲੀ ਗੱਲ ਹੈ ਕਿ PPE ਕਿੱਟ ਦੀ ਕਾਸਟ ਇਨਕਲੂਸਿਵ ਹੈ ਤੇ ਇਹਦੇ ਵਿੱਚ ਬਾਕੀ ਵੀ ਆਲਮੋਸਟ ਇਹ ਪੈਕੇਜ ਕਾਸਟ ਹੈ ਵੱਧ ਤੋਂ ਵੱਧ ਜਿਹੜਾ ਹੈਗਾ ਦਿਸ ਇਜ਼ ਦੀ, ਇਸ ਤੋਂ ਜ਼ਿਆਦਾ ਨਹੀਂ ਚਾਰਜ ਕਰ ਸਕਦੇ ਕੋਈ ਪ੍ਰਾਈਵੇਟ ਹਸਪੀਟਲ, ਇਸ ਤੋਂ ਘੱਟ ਚਾਰਜ ਕਰ ਸਕਦਾ, ਇਹ ਸੀਲਿੰਗ ਹੈ। ਤੇ ਇਹਦੇ ਵਿੱਚ ਜਿਹੜੀ ਹੈ ਡਿਟੇਲ ਗਾਈਡਲਾਈਨ ਤੁਸੀਂ ਸਾਡੇ ਵੈਬ ਪੇਜ ਤੇ ਵੀ ਅਵੇਲੇਬਲ ਹੈ, ਪੂਰੀ ਗਾਈਡਲਾਈਨ ਇਹਦੇ ਵਿੱਚ ਕੀ ਫਿਕਸ ਹੋਇਆ, ਕੀ ਇਹਦੇ ਵਿੱਚ ਇੰਕਲੂਜਨ ਹੈ, ਕੀ ਐਕਸਕਲੂਜਨ ਹੈ, ਉਹ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ। ਤੇ ਇਸ ਤੋਂ ਬਾਅਦ ਜਦੋਂ ਅਸੀਂ ਖਾਸ ਕਰ ਸਾਰੇ ਮੈਡੀਕਲ ਇੱਥੇ ਜਿਹੜੇ ਇੰਸਟੀਟਿਊਸ਼ਨਸ ਨੇ ਪ੍ਰਾਈਵੇਟ ਅਲੋਂਗ ਵਿਦ PIMS ਸਾਡੀ ਲਗਾਤਾਰ ਮੀਟਿੰਗ ਚੱਲ ਰਹੀ ਸੀਗੀ। ਜਲੰਧਰ ਦੀ ਜਿਹੜੀ ਮੈਂ ਆ ਕੇ ਇੱਕ ਨੋਟਿਸ ਕੀਤਾ ਕਿ ਇੱਥੇ ਪ੍ਰਾਈਵੇਟ ਇੰਸਟੀਟਿਊਸ਼ਨ ਹਾਲੇ ਤੱਕ ਕੋਵਿਡ ਪੋਜ਼ਿਟਿਵ ਪੇਸ਼ੈਂਟਸ ਨੂੰ ਡੀਲ ਨਹੀਂ ਕਰ ਰਹੇ ਸੀਗੇ, ਇਸ ਕਰਕੇ ਜਲੰਧਰ ਨਿਵਾਸੀਆਂ ਨੂੰ ਜਾਂ ਤਾਂ ਲੁਧਿਆਣੇ ਜਾਂ ਅੰਮ੍ਰਿਤਸਰ ਇਲਾਜ ਲਈ ਜਾਣਾ ਪੈਂਦਾ ਸੀਗਾ। ਬਟ ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਆਪ ਜੀ ਦੇ ਨਾਲ ਸਾਂਝਾ ਕਰਦੇ ਹੋਏ ਵੀ ਪੰਜਾਬ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ PIMS ਜਿਹੜੇ ਜਲੰਧਰ ਹੈ ਹੁਣ ਉਹਨਾਂ ਨੇ ਤਿਆਰੀ ਸਾਡੇ ਇਸ ਤੋਂ ਬਾਅਦ ਕਰ ਲਈ ਹੈ ਤੇ 23 ਜੁਲਾਈ ਤੋਂ ਇਹ ਆਉਣ ਵਾਲਾ ਵੀਰਵਾਰ ਤੋਂ
ਕੋਈ ਵੀ ਪੇਸ਼ੈਂਟ ਉੱਥੇ ਜਿਹੜਾ ਐਡਮਿਟ ਹੋਣਾ ਚਾਹੁੰਦਾ ਹੈ ਪ੍ਰਾਈਵੇਟਲੀ ਉਹ ਹੋ ਸਕਦਾ ਹੈ। ਸੋ ਪਿੰਮਸ ਜਲੰਧਰ ਇੱਕ ਵੱਡਾ ਇੰਸਟੀਟਿਊਸ਼ਨ ਹੈ ਤੇ ਉਹ ਸਟਾਰਟ ਕਰਨਗੇ ਤਕਰੀਬਨ ਉਹਨਾਂ ਦੇ ਕੋਲ 3 ਲੈਵਲ ਤੱਕ ਹੈ। ਪਹਿਲਾਂ ਉਹ 20 ਬੈੱਡ ਆਪਰੇਸ਼ਨਲਾਈਜ਼ ਕਰਨਗੇ, ਫਿਰ ਅੱਗੇ ਜ਼ਰੂਰਤ ਪੈਂਦੀ ਹੈ ਤੇ ਇੱਕ ਫਲੋਰ ਤੇ 120 ਬੈੱਡ ਤੱਕ ਪਾਈਪਡ ਆਕਸੀਜਨ ਵੀ ਉਹ ਜਾ ਸਕਦੇ ਨੇ ਤੇ ਉਹਦੇ ਨਾਲ ਸਾਡੇ ਕੋਲ ਬੈੱਡਸ ਦੇ ਵਿੱਚ ਕਾਫੀ ਇਜ਼ਾਫਾ ਹੋਏਗਾ। ਪਲੱਸ ਇੱਕ ਸਾਰੇ ਜਲੰਧਰ ਨਿਵਾਸੀਆਂ ਨੂੰ ਇਹ ਸਹੂਲਤ ਮਿਲੇਗੀ। ਉਹ ਪਿੰਮਸ ਇਹ 23 ਜੁਲਾਈ ਤੋਂ ਬਾਅਦ ਕਦੇ ਵੀ ਕੋਈ ਵੀ ਪ੍ਰਾਈਵੇਟ ਪੇਸ਼ੈਂਟ ਜਿਹੜਾ ਜਾਣਾ ਚਾਹਵੇ ਆਪਣੇ ਇਲਾਜ ਲਈ ਉਹ ਉੱਥੇ ਪਿੰਮਸ ਅਪਰੋਚ ਕਰ ਸਕਦਾ। ਉਸ ਤੋਂ ਇਲਾਵਾ ਸਾਡੀ ਲਗਾਤਾਰ ਮੀਟਿੰਗ ਜਿਹੜੀ ਹੈ ਜਲੰਧਰ ਦੇ ਸਾਰੇ ਪ੍ਰਾਈਵੇਟ ਹਸਪੀਟਲਸ ਨਾਲ ਮੀਟਿੰਗਸ ਚੱਲ ਰਹੀਆਂ ਨੇ। ਤਾਂ ਪਹਿਲਾਂ ਵੀ ਇੱਕ IMA ਦੀ ਸ਼ਾਹਕੋਟ ਫੈਸਿਲਿਟੀਜ਼ ਆਪਰੇਸ਼ਨਲ ਹੈ, ਜਿੱਥੇ 10 ਜਲੰਧਰ ਦੇ ਹਸਪੀਟਲ ਨੇ ਪੂਲ ਕਰਕੇ ਉੱਥੇ ਇੱਕ ਫੈਸਿਲਿਟੀ ਬਣਾਈ ਹੈ, ਉਹ ਵੀ ਆਪਰੇਸ਼ਨਲ ਹੈ, ਜਿੱਥੇ ਕਿ ਲੈਵਲ 2 ਬੈੱਡ 25 ਨੇ ਤੇ ਲੈਵਲ 3 ਬੈੱਡ 10 ਨੇ। ਇਸ ਤੋਂ ਇਲਾਵਾ 3-4 ਹਸਪੀਟਲ, ਨਿਊ ਰੋਬੋ ਹਸਪੀਟਲ, ਮਾਨ ਮੈਡੀਸਿਟੀ, ਗੁਲਾਬ ਦੇਵੀ ਹਸਪੀਟਲ, ਜੋਸ਼ੀ ਹਸਪੀਟਲ, ਇਹ ਵੀ ਇੱਕ ਜੁਆਇੰਟ ਵੈਂਚਰ ਦੇ ਵਿੱਚ ਗੁਲਾਬ ਦੇਵੀ ਹਸਪੀਟਲ ਦੇ ਵਿੱਚ ਇਹ ਕ੍ਰੀਏਟ ਕਰ ਰਹੇ ਨੇ। ਜਿਹੜੀ ਹਾਲ ਦੀ ਘੜੀ ਇਹ ਕਹਿ ਰਹੇ ਨੇ ਅਸੀਂ ਲੈਵਲ 2 ਬੈੱਡ 22 ਬਣਾਵਾਂਗੇ ਤੇ ਲੈਵਲ 3 ਬੈੱਡ ਵਿਦ ਵੈਂਟੀਲੇਟਰ 8 ਜਿਹੜਾ ਹੈਗਾ, ਇਹ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ। ਇਹ ਟੈਂਟੇਟਿਵਲੀ ਟਾਈਮਲਾਈਨ ਦੇ ਰਹੇ ਨੇ ਕਿ 1 ਅਗਸਤ ਤੋਂ। ਸੋ ਇਹਨਾਂ ਨੇ 10 ਦਿਨ ਦਾ ਤਕਰੀਬਨ ਸਮਾਂ ਮੰਗਿਆ ਕਿ ਉਹ ਆਪਣਾ ਸਾਰਾ ਸੈਪਰੇਟ ਫਲੋਰ ਕਰ ਲੈਣ, ਸਾਰੇ PP ਡੋਨਿੰਗ ਏਰੀਆ, ਡੋਫਿੰਗ ਏਰੀਆ ਬਣਾ ਲੈਣ, ਤਾਂ ਕਿ ਇਹ ਅਗਸਤ ਪਹਿਲੇ ਹਫਤੇ ਤੋਂ ਸਾਡੇ ਕੋਲ ਕਾਫੀ ਹੋਰ ਹਸਪੀਟਲ ਵੀ ਨੇ ਜਿਹੜੇ ਆਪਰੇਸ਼ਨਲ ਹੋ ਜਾਣਗੇ, ਜਿਹਦੇ ਵਿੱਚ ਕਿਡਨੀ ਹਸਪੀਟਲ, ਅਰਮਾਨ ਹਸਪੀਟਲ, ਰਤਨ ਹਸਪੀਟਲ, ਸੈਕਰਡ ਹਾਰਟ ਹਸਪੀਟਲ, ਸ਼੍ਰੀਮਾਨ ਹਸਪੀਟਲ, ਜੋਸ਼ੀ ਹਸਪੀਟਲ, ਸਰਵੋਦਿਆ ਹਸਪੀਟਲ ਐਂਡ ਕੈਪੀਟਲ ਹਸਪੀਟਲ ਵੀ ਇਹ ਜਿਹੜੇ ਹੈ ਸਾਰੇ ਪਲੈਨਿੰਗ ਸਟੇਜਸ ਦੇ ਵਿੱਚ ਹੈ। ਮੈਂ ਕੁਝ ਸਕਰੀਨ ਦੇ ਉੱਤੇ ਇਹਨਾਂ ਦੇ ਸਾਰਿਆਂ ਦੀ ਤੁਸੀਂ ਕੁਝ ਬੈੱਡਸ ਤੇ ਟੈਂਟੇਟਿਵ ਡੇਟ, ਤਕਰੀਬਨ ਇਹ ਸਾਰੇ ਹਸਪੀਟਲ ਹੀ ਅਗਸਤ ਦੇ ਪਹਿਲੇ ਹਫਤੇ 'ਚੋਂ ਆਪਰੇਸ਼ਨਲ ਹੋ ਜਾਣਗੇ ਐਂਡ ਇੱਥੇ ਕੋਈ ਵੀ ਜਲੰਧਰ ਦਾ ਨਿਵਾਸੀ ਇਲਾਜ ਲਈ ਜਾ ਸਕਦਾ। ਇੱਥੇ ਬਸ ਇਹੀ ਮੈਂ ਕਹਿਣਾ ਚਾਹਾਂਗਾ ਵੀ ਇਹ ਇਨਫੋਰਮੇਸ਼ਨ ਹਲੇ ਵਰਕ ਇਨ ਪ੍ਰੋਗਰੈਸ ਹੈ। ਮੈਂ ਆਪ ਜੀ ਦੇ ਨਾਲ ਜਦੋਂ ਇਹ ਅਗਸਤ ਤੋਂ ਪਹਿਲਾਂ ਅਸੀਂ ਹੋਰ ਡਿਟੇਲ ਦੇ ਵਿੱਚ ਕਿੱਥੇ ਬੈੱਡ ਆਪਰੇਸ਼ਨਲਾਈਜ਼ ਹੋ ਰਹੇ ਨੇ ਤੇ ਉਹ ਇਨਫੋਰਮੇਸ਼ਨ ਸਾਂਝੀ ਕਰਾਂਗਾ। ਇਹ ਸਾਰੀ ਫੈਸਿਲਿਟੀਜ਼ ਪ੍ਰਾਈਵੇਟ ਬੇਸਿਸ ਤੇ ਕੋਈ ਵੀ ਇੱਥੇ ਜਾ ਕੇ ਆਪਣੇ ਆਪ ਨੂੰ ਐਡਮਿਟ ਕਰ ਸਕਦਾ ਹੈ। ਤੇ ਇਸ ਤੋਂ ਇਲਾਵਾ ਜੇਕਰ ਗਵਰਨਮੈਂਟ ਨੂੰ ਵੀ ਭਵਿੱਖ ਦੇ ਵਿੱਚ ਕੋਈ ਲੱਗਦਾ ਹੈ ਵੀ ਗਵਰਨਮੈਂਟ ਲੈਵਲ ਤੇ ਫੈਸਿਲਿਟੀਜ਼ ਦੇ ਵਿੱਚ ਬੈੱਡ ਸ਼ਾਰਟੇਜ ਦੀ ਕੋਈ ਸਥਿਤੀ ਆਉਂਦੀ ਹੈ ਤਾਂ ਗਵਰਨਮੈਂਟ ਵੀ ਇਹਨਾਂ ਨੂੰ ਰੈਫਰ ਕਰ ਸਕਦੀ ਹੈ। ਸੋ ਅਸੀਂ ਚਾਹੁੰਦੇ ਹਾਂ ਵੀ ਤਕਰੀਬਨ ਸਾਡੇ ਕੋਲ ਇਸ ਟਾਈਮ 400 ਬੈੱਡ ਲੈਵਲ 2 ਦੇ, ਜਿੱਥੇ ਅਸੀਂ ਪਾਈਪਡ ਆਕਸੀਜਨ ਸਪਲਾਈ ਹੈ ਉਸ ਤੋਂ ਲੈਵਲ 2 ਐਂਡ ਲੈਵਲ 3 ਦੇ ਸਾਡੇ ਕੋਲ 400 ਗਵਰਨਮੈਂਟ ਦੇ ਵਿੱਚ ਹੈ। ਪਿੰਮਸ ਤੋਂ ਮੈਨੂੰ ਉਮੀਦ ਹੈ ਸ਼ਾਇਦ ਜੇਕਰ ਲੋਡ ਪਈ ਐਂਡ ਅੱਗੇ ਸਾਨੂੰ ਬੈੱਡ ਦੀ ਸ਼ਾਰਟੇਜ ਆਉਂਦੀ ਤਾਂ ਸ਼ਾਇਦ ਅਸੀਂ 300 ਬੈੱਡ ਤੱਕ ਵੀ ਪਿੰਮਸ ਦੇ ਵਿੱਚ ਜਾ ਸਕਦੇ ਹਾਂ ਐਂਡ ਹੌਲੀ ਹੌਲੀ ਅਸੀਂ ਲਗਾਤਾਰ ਇਹਨਾਂ ਦੇ ਨਾਲ ਰਾਬਤਾ ਕਾਇਮ ਰੱਖਾਂਗੇ ਸਾਰੇ ਪ੍ਰਾਈਵੇਟ ਹਸਪੀਟਲਸ ਦੇ ਵਿੱਚ, ਤਾਂ ਕਿ ਇੱਥੇ ਵੀ ਅਸੀਂ ਤਕਰੀਬਨ 300 ਬੈੱਡ ਜਿਹੜੇ ਲੈਵਲ 2 ਤੇ ਲੈਵਲ 3 ਕੰਬਾਈਨਡ ਅਸੀਂ ਕ੍ਰੀਏਟ ਕਰ ਲਈਏ। ਤਾਂ ਮੇਰੇ ਕਰੰਟ ਅਸੈਸਮੈਂਟ ਦੇ ਵਿੱਚ ਜੇਕਰ 1000 ਬੈੱਡ ਸਾਡੇ ਕੋਲ ਲੈਵਲ 2 ਐਂਡ ਲੈਵਲ 3 ਜਲੰਧਰ ਸ਼ਹਿਰ ਦੇ ਵਿੱਚ ਹੋਣਗੇ ਤੇ ਅਸੀਂ ਬਹੁਤ ਕੰਫਰਟੇਬਲ ਰਹਾਂਗੇ ਐਟਲੀਸਟ ਜਿਹੜੀ ਹੁਣ ਤੱਕ ਦੀ ਅਸੀਂ ਸਿਚੁਏਸ਼ਨ ਗੇਜ ਕਰ ਰਹੇ ਹਾਂ। ਕਿਉਂਕਿ ਇਸ ਟਾਈਮ ਵੀ ਜਿਹੜੇ ਟੋਟਲ ਪੇਸ਼ੈਂਟ ਸਾਡੇ ਕੋਲ ਕਰੰਟਲੀ ऑन ऑक्सीजन सपोर्ट या वेंटिलेटर हैं गवर्नमेंट हॉस्पिटल में वो 10 ਦੇ ਆਸ-ਪਾਸ ਹੈ। ਸੋ 1000 ਬੈੱਡ ਦੀ ਤਿਆਰੀ ਨਾਲ ਅਸੀਂ ਇੱਕ ਰੀਜ਼ਨੇਬਲ ਰੀਅਸ਼ੋਰੈਂਸ ਦੇ ਵਿੱਚ ਪਹੁੰਚ ਜਾਵਾਂਗੇ। ਤੇ ਮੇਰੀ ਇਹ ਸਾਰੇ ਹੋਰ ਰਹਿੰਦੇ ਪ੍ਰਾਈਵੇਟ ਹਸਪੀਟਲਸ ਨੂੰ ਵੀ ਬੇਨਤੀ ਹੈ, ਅਸੀਂ ਇਹ ਆਉਣ ਵਾਲੇ ਹਫਤੇ ਦੇ ਵਿੱਚ ਰੋਜ਼ ਇਹਨਾਂ ਨੂੰ ਮਿਲਿਆ ਕਰਾਂਗੇ, ਡਿਸਕਸ਼ਨ ਚੱਲੂਗੀ ਤਾਂ ਕਿ ਵੱਧ ਤੋਂ ਵੱਧ ਪ੍ਰਾਈਵੇਟ ਹਸਪੀਟਲ ਸਾਡੇ ਨਾਲ ਜੁੜ ਕੇ ਇਹ ਜਿਹੜੇ ਪੈਂਡੇਮਿਕ ਦੇ ਵਿੱਚ ਅਸੀਂ ਨਾਲ ਇਸ ਦੇ ਵਿੱਚ ਜੰਗ ਲੜਾਂਗੇ ਤੇ ਜਿੱਤਾਂਗੇ। ਤੇ ਆਪ ਜੀ ਦਾ ਮੇਰੀ ਹੱਥ ਜੋੜ ਕੇ ਲਾਸਟ ਦੇ ਵਿੱਚ ਫੇਰ ਆਹੀ ਅਪੀਲ ਹੈ ਕਿ ਜਿਹੜੇ ਸਾਡੇ 올ਡ ਏਜ 60+ ਪੇਸ਼ੈਂਟਸ ਵਿਦ ਕੋਮੋਰਬਿਡਿਟੀ, ਸ਼ੂਗਰ, ਹਾਈਪਰਟੈਂਸ਼ਨ, ਕੋਈ ਕੋਰੋਨਰੀ ਆਰਟਰੀ ਡਿਸੀਜ਼, ਇਸ ਟਾਈਪ ਦੀ ਹੋਰ ਕੋਈ ਕੋਮੋਰਬਿਡਿਟੀ, ਕੋਈ ਕਿਸੇ ਦਾ ਕੈਂਸਰ ਦੇ ਪੇਸ਼ੈਂਟ ਹੋ ਜਾਂ ਕੋਈ ਹੋਰ ਲੰਗ ਦੀ ਬਿਮਾਰੀ ਹੈ, ਸੋ ਉਹ ਜ਼ਰੂਰ ਪ੍ਰਾਇਰਟੀ ਦੇ ਬੇਸਿਸ ਤੇ ਥੋੜ੍ਹੇ ਜਿਹੇ ਵੀ ਸਿੰਪਟਮ ਆਏ ਜਾਂ ਤੁਹਾਨੂੰ ਲੱਗਦਾ ਹੈ ਤੁਸੀਂ ਕਿਸੇ ਦੇ ਪੋਜ਼ਿਟਿਵ ਪੇਸ਼ੈਂਟ ਦੇ ਕੰਟੈਕਟ ਦੇ ਵਿੱਚ ਰਹੇ ਹੋ, ਉਹ ਪ੍ਰਾਇਰਟੀ ਦੇ ਵੀ ਜ਼ਰੂਰ ਟੈਸਟ ਕਰਾਉਣ। ਬਾਕੀ ਰੋਜ਼ ਦੇ 1000 ਸੈਂਪਲਸ ਡੇਲੀ ਲਿੱਤੇ ਜਾ ਰਹੇ ਨੇ ਤੇ ਟੈਸਟਿੰਗ ਚੱਲ ਰਹੀ ਹੈ ਤੇ ਅਸੀਂ ਇਹੀ ਚਾਹਾਂਗੇ ਕਿ ਅਸੀਂ ਵੱਧ ਤੋਂ ਵੱਧ ਅਰਲੀ ਡਿਟੈਕਸ਼ਨ ਦੇ ਨਾਲ ਜਾਨਾਂ ਬਚਾਈਏ ਤੇ ਸਾਡੀ CFR ਹੋਰ ਘੱਟ ਤੋਂ ਘੱਟ ਅਸੀਂ ਉਸ ਨੂੰ ਕਾਬੂ ਦੇ ਵਿੱਚ ਲਈਏ ਤੇ ਜਾਨਾਂ ਬਚਾਈਏ। ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ।